ਉਹਨੇ ਸਟੇਜ ਤੋਂ ਸਾਡੇ ਨੌਜਵਾਨਾਂ ਨੂੰ ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਾਂ ਹੋਰ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀਆਂ ਬੇਤੁਕੀਆਂ ਗੱਲਾਂ ਕੀਤੀਆਂ ਨੇ, ਮੈਂ ਉਹਨਾਂ ਦੇ ਜਵਾਬ ਦੇਣਾ ਚਾਹੁੰਦਾ। ਤੇ ਨੌਜਵਾਨਾਂ ਨੂੰ ਕਿਉਂ ਭੰਡ ਰਹੇ ਹੋ? ਕਿਉਂ ਕੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਹੋ? ਜੋਗਿੰਦਰ ਉਗਰਾਹਾਂ ਨੂੰ ਮੈਂ ਪੁੱਛਣਾ ਚਾਹੁੰਦਾ, ਕੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਹੋ? ਜਿਹੜਾ ਉਹਨੇ ਇੱਕ ਵੀ ਗੱਲ ਪੰਜਾਬ ਦੇ ਭਲੇ ਦੇ ਲਈ ਜਾਂ ਖੇਤੀ ਬਿੱਲਾਂ ਦੇ ਲਈ ਜਾਂ ਸਾਡੇ ਮੋਦੀ ਸਰਕਾਰ ਦੇ ਵਿਰੁੱਧ ਸਿਰਫ ਪੰਜਾਬ ਦੇ ਮੁੰਡਿਆਂ ਨੂੰ ਟਾਰਗੇਟ ਕਰ ਰਹੇ ਹੋ ਯਾਰ ਤੁਸੀਂ ਬੈਠ ਕੇ ਉੱਥੇ। ਤੇ ਨੌਜਵਾਨਾਂ ਨੂੰ ਭੰਡਣ ਲੱਗੇ ਹੋਏ ਹੋ। ਕੀ ਗਲਤ ਕਰ ਦਿੱਤਾ ਦੱਸੋ? ਅਸੀਂ ਪੰਜਾਬ ਦੇ ਨੌਜਵਾਨਾਂ ਨੇ ਤੁਹਾਡੇ ਕੋਲੋਂ ਪੰਜਾਬ ਦੀ ਹੱਦ ਨਹੀਂ ਤੀ ਟੱਪੀ ਜਾਣੀ। ਬਹੁਤ ਵਾਰੀ ਮੈਂ ਲਾਈਵ ਹੋ ਕੇ ਕਹਿ ਚੁੱਕਿਆ, ਪੰਜਾਬ ਦੀ ਹੱਦ ਉਗਰਾਹਾਂ ਜੀ ਤੁਹਾਡੇ ਕੋਲੋਂ ਬੈਰੀਅਰ ਨਹੀਂ ਤੀ ਟੱਪਿਆ ਜਾ ਰਿਹਾ ਜਾਂ ਉੱਥੇ ਬਹਿ ਗਏ ਸੀ ਚੌਂਕੜੇ ਮਾਰ ਕੇ। ਪੰਜਾਬ ਦੇ ਨੌਜਵਾਨਾਂ ਨੂੰ ਗੱਲ ਨਾ ਲਾਓ। ਤੁਸੀਂ ਅੱਜ ਹੋਰੇ ਗੱਲਾਂ ਕਰ ਰਹੇ ਹੋ। ਤੁਸੀਂ ਇੱਕ ਵੀ ਜਿਹੜਾ ਆਪਣਾ ਭਾਸ਼ਣ ਖੁਦ ਸੁਣੋ ਉਗਰਾਹਾਂ ਸਾਹਿਬ, ਜਿਹੜਾ ਤੁਸੀਂ ਅੱਜ ਸਟੇਜ ਤੋਂ ਬੋਲਿਆ, ਤੁਸੀਂ ਉਹਦੇ ਵਿੱਚ ਕਿਹੜੀ ਗੱਲ ਚੱਜ ਦੀ ਕੀਤੀ ਆ? ਤੁਹਾਡੀ ਲੜਾਈ ਪਹਿਲਾਂ ਤਾਂ ਮੈਨੂੰ ਇਹ ਦੱਸ ਦੇਣ ਸਾਰੀ, ਜਿਹੜੇ ਮੈਂ ਪੁੱਛਦਾ ਜਿਹੜੇ ਲੀਡਰ ਬੋਲਦੇ ਨੇ ਭਾਸ਼ਣ ਦੇ ਵਿੱਚ, ਤੁਹਾਡੀ ਲੜਾਈ ਮੋਦੀ ਨਾਲ ਆ ਜਾਂ ਸਾਡੇ ਨਾਲ ਆ? ਤੁਹਾਡੀ ਲੜਾਈ ਦੀਪ ਸਿੱਧੂ ਨਾਲ ਆ, ਲੱਖੇ ਸਿਧਾਣੇ ਨਾਲ ਆ, ਜਾਂ ਪੰਜਾਬ ਦੇ ਨੌਜਵਾਨਾਂ ਨਾਲ ਆ, ਜਾਂ ਜਿਨ੍ਹਾਂ ਨੇ ਮਹਿਰਾਜ ਰੈਲੀ ਕੀਤੀ ਆ ਉਹਨਾਂ ਦੇ ਨਾਲ ਆ? ਇਹ ਪਹਿਲਾਂ ਤਾਂ ਗੱਲ ਕਲੀਅਰ ਕਰ ਲਓ। ਜੇ ਤਾਂ ਸਾਡੇ ਨਾਲ ਲੜਾਈ ਆ ਤਾਂ ਸਾਡੇ ਗੋਲੀਆਂ ਮਾਰ ਦਿਓ, ਤੁਹਾਨੂੰ ਨਹੀਂ ਚੰਗੇ ਲੱਗਦੇ ਹੈਗੇ ਅਸੀਂ। ਦੱਸੋ ਤਾਂ ਸਹੀ ਹੁਣ ਹੋਰ ਅਸੀਂ ਕਰੀਏ ਕੀ? ਦੱਸੋ ਕੀ ਚਾਹੁੰਦੇ ਹੋ ਤੁਸੀਂ? ਕਿ ਸਾਰਾ ਯੂਥ ਆ ਜਿਹੜਾ ਘਰਾਂ ਦੇ ਵਿੱਚ ਬਹਿ ਜਾਵੇ ਤੇ ਸਰਕਾਰ ਤੁਹਾਨੂੰ ਉੱਥੋਂ ਭਜਾ ਦੇਵੇ? ਇਹੀ ਚਾਹੁੰਦੇ ਹੋ ਤੁਸੀਂ? ਫਿਰ ਜਾਣ ਬੁੱਝ ਕੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰ ਰਹੀਆਂ ਨੇ। ਮੋਦੀ ਦੀ ਹਿੱਕ 'ਚ ਵੱਜੋ ਜੇ ਤੁਹਾਡੇ 'ਚ ਦਾਮਾ ਜਾ ਕੇ ਉੱਥੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹੋਇਆ ਇਸ ਵੇਲੇ ਦੇ ਕੁਝ ਵੱਡੇ ਕੁਝ ਖਾਸ ਅਪਡੇਟ ਲੈ ਕੇ ਹੁਣ ਦੇ ਅਪਡੇਟਸ ਦੀ ਲੜੀ ਦੇ ਵਿੱਚ। ਤੇ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਏ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ। ਦੋਸਤੋ ਸਾਰੇ ਜਾਣਦੇ ਹੀ ਨੇ ਕਿ 26 ਜਨਵਰੀ ਤੋਂ ਬਾਅਦ ਜਿੱਥੇ ਕੁਝ ਕਿਸਾਨ ਆਗੂਆਂ ਵੱਲੋਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਬਾਰੇ ਕਾਫੀ ਜ਼ਿਆਦਾ ਮੰਦੀ ਭਾਸ਼ਾ ਅਤੇ ਕੂੜ ਪ੍ਰਚਾਰ ਕੀਤਾ ਗਿਆ, ਉੱਥੇ ਨੌਜਵਾਨ ਪੂਰੀ ਤਰ੍ਹਾਂ ਲਾਮਬੰਦ ਹੋ ਚੁੱਕੇ ਨੇ। ਤੇ ਜਿੱਥੇ ਦੋਸਤੋ ਮਹਿਰਾਜ ਦੇ ਵਿੱਚ ਲੱਖਾ ਸਿਧਾਣਾ ਦੇ ਇੱਕ ਅਪੀਲ ਤੇ ਇੱਕ ਵੱਡਾ ਇਕੱਠ ਹੋਇਆ ਜਿਸ ਦੀ ਤਾਦਾਦ ਲੱਖਾਂ ਦੇ ਵਿੱਚ ਸੀ, ਅਤੇ ਬੇਮਿਸਾਲ ਇਕੱਠ ਨੂੰ ਦੇਖ ਕੇ ਜਿੱਥੇ ਕਿ ਕੁਝ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਨੌਜਵਾਨਾਂ ਦੀ ਸਪੋਰਟ ਕੀਤੀ ਹੈ ਅਤੇ ਕਿਹਾ ਕਿ ਜੋ ਵੀ ਮਹਿਰਾਜ ਰੈਲੀ ਦੇ ਵਿੱਚ ਲੱਖਾ ਸਿਧਾਣਾ ਤੇ ਹੋਰ ਨੌਜਵਾਨਾਂ ਨੇ ਇਕੱਠ ਕੀਤਾ ਉਹ ਇਸੇ ਕਿਸਾਨੀ ਸੰਘਰਸ਼ ਦੀ ਸਪੋਰਟ ਦੇ ਵਿੱਚ ਹੈ, ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਉੱਥੇ ਕੁਝ ਜਥੇਬੰਦੀਆਂ ਦੇ ਆਗੂ ਜਿਹੇ ਵੀ ਨੇ ਜਿਹੜੇ ਕਿ ਹਾਲੇ ਵੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਭੰਡ ਰਹੇ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਕੁਝ ਹੈਰਾਨੀਜਨਕ ਕੁਝ ਵੱਡੇ ਖੁਲਾਸੇ ਕਰ ਦਿੱਤੇ ਨੇ। ਉਸ ਵੀਡੀਓ ਵੱਲ ਵੀ ਤੁਹਾਨੂੰ ਲੈ ਚੱਲਦੇ ਆ ਤੇ ਦਿਖਾਉਂਦੇ ਆ ਕਿਹੜੇ ਵੱਡੇ ਤੇ ਖਾਸ ਉਹਨਾਂ ਨੇ ਗੱਲਾਂ ਬਾਤਾਂ ਸਾਹਮਣੇ ਰੱਖੀਆਂ ਨੇ, ਕੁਝ ਹੈਰਾਨੀਜਨਕ ਖੁਲਾਸੇ ਕੀਤੇ ਨੇ ਕੁਝ ਜਥੇਬੰਦੀਆਂ ਦੇ ਆਗੂਆਂ ਦੇ ਨਾਮ ਲੈ ਕੇ। ਉਸ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਆ ਹਰਿਆਣੇ ਵਾਲੇ ਨਵਦੀਪ ਦੀ ਵੀਡੀਓ ਵੱਲ, ਜਿਨ੍ਹਾਂ ਨੇ ਕਿ ਕਿਸਾਨੀ ਸੰਘਰਸ਼ ਦੇ ਵਿੱਚ ਦਿੱਲੀ ਤੋਂ ਜਦੋਂ ਨੌਜਵਾਨਾਂ ਨੂੰ ਸਟੇਜ ਸਪੁਰਦ ਕੀਤੀ ਗਈ ਤਾਂ ਉੱਥੇ ਸਟੇਜ ਤੇ ਜੋ ਲੀਡਰ ਸਨ ਉਹਨਾਂ ਦੇ ਸਾਹਮਣੇ ਕਿਹੜੇ ਖੁਲਾਸੇ ਕਰ ਦਿੱਤੇ ਤੇ ਕਿਹੜੀਆਂ ਮੰਗਾਂ ਰੱਖ ਦਿੱਤੀਆਂ। ਕੀ ਕਿਹਾ ਨਵਦੀਪ ਸਿੰਘ ਨੇ, ਜੋ ਕਿ ਵਾਟਰ ਕੈਨਨ ਵਾਲੇ ਨਵਦੀਪ ਸਿੰਘ ਹਰਿਆਣੇ ਤੋਂ ਨੇ, ਉਹਨਾਂ ਨੇ ਆਪਣੇ ਇਸ ਲਾਈਵ ਦੇ ਵਿੱਚ ਕੀ ਕਿਹਾ ਆਓ ਤੁਹਾਨੂੰ ਲੈ ਚੱਲਦੇ ਹਾਂ ਉਹਨਾਂ ਦੀ ਇਸ ਵੀਡੀਓ ਵੱਲ। ਬਾਕੀ ਦੋਸਤੋ ਜੇਕਰ ਤੁਸੀਂ ਵੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੀ ਸਪੋਰਟ ਦੇ ਵਿੱਚ ਹੋ ਤੇ ਤੁਹਾਨੂੰ ਲੱਗਦਾ ਕਿ ਉਹ ਸਹੀ ਨੇ, ਤਾਂ ਉਹਨਾਂ ਦੀ ਸਪੋਰਟ ਦੇ ਵਿੱਚ ਜੋ ਇੱਕ ਮੁਹਿੰਮ ਹੈਸ਼ਟੈਗਸ ਦੇ ਰੂਪ ਦੇ ਵਿੱਚ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ, ਯਾਨੀ ਕਿ ਹੈਸ਼ਟੈਗ ਫ੍ਰੀ ਦੀਪ ਸਿੱਧੂ ਤੇ ਹੈਸ਼ਟੈਗ ਵੀ ਸਪੋਰਟ ਲੱਖਾ ਸਿਧਾਣਾ, ਇਹਨਾਂ ਹੈਸ਼ਟੈਗਸ ਨੂੰ ਜ਼ਿਆਦਾ ਤੋਂ ਜ਼ਿਆਦਾ ਹਰ ਇੱਕ ਵੀਡੀਓ ਦੇ ਥੱਲੇ ਕਰਿਆ ਕਰੋ ਤਾਂ ਕਿ ਇਹਨਾਂ ਹੈਸ਼ਟੈਗਸ ਦੀ ਤਾਦਾਦ ਇੰਨੀ ਜ਼ਿਆਦਾ ਹੋਵੇ ਕਿ ਇਹ ਟ੍ਰੈਂਡਿੰਗ ਦੇ ਵਿੱਚ ਆ ਕੇ ਬੁਲੰਦ ਤਰੀਕੇ ਦੇ ਨਾਲ ਇਹਨਾਂ ਦੀ ਸਪੋਰਟ ਦੇ ਵਿੱਚ ਆਵਾਜ਼ ਅੱਗੇ ਆ ਸਕੇ। ਸੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਪਹਿਲਾਂ ਨਵਦੀਪ ਸਿੰਘ ਦੀ ਇਸ ਵੀਡੀਓ ਵੱਲ, ਜਿਸ ਤੋਂ ਬਾਅਦ ਇੱਕ ਨੌਜਵਾਨ ਵੱਲੋਂ ਜੋ ਵੱਡੇ ਖੁਲਾਸੇ ਕੀਤੇ ਗਏ ਨੇ ਤੇ ਨਾਲ ਹੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਬਾਰੇ ਇੱਕ ਖਾਸ ਅਪਡੇਟ ਹੈ, ਉਸ ਵੱਲ ਤੁਹਾਨੂੰ ਲੈ ਚੱਲਦੇ ਹਾਂ। ਪਰ ਪਹਿਲਾਂ ਝਲਕ ਮਾਰੋ ਇਸ ਵੀਡੀਓ ਕਲਿੱਪ ਤੇ। अपने सत्कारयोग नौजवान भाइयों जो अज स्टेज चला रहे हैं उनके मान सम्मान में गज के फतेह बुलाओ। वाहेगुरु जी का खालसा श्री वाहेगुरु जी की फतेह। आज अपने अंदोलन का जी 94 दिन 94
94 दिन के बाद आज एक अपना यूथ स्टेज की अगुवाई कर रहा है। 94 दिन के बाद पहली बार आज मैंने जिम्मेवारी मिली है नौजवानों स्टेज के ऊपर अगुवाई करने की। ਆਪਾਂ ਧੰਨਵਾਦ ਕਰਾਂ ਜੀ संयुक्त किसान मोर्चे का, जो युवा ਨੂੰ अपने यूथ ਨੂੰ इतना मान सम्मान बख्शा गया है। इस आंदोलन यूथ का इसके अंदर बहुत बड़ा रोल है जी। हम मन्ना आ भी अपने आगुआ ने मानू यहां तक लेकर बिठाया या, पर इतना ही रोल हमारे यूथ का है, चाहे उन्होंने बार्डर बते यहां तक लेकर आने का या उसके बाद इस आंदोलन को कामयाब करने का यहां तक अपा सारे का सारा यूथ संयुक्त मोर्चे गल अज तक मोढे गल मोढा लेकर चलिया जी। सारा यूथ अज मोढे गल मोढा लेकर पहला भी खड़ा था, अज भी खड़ा, कोई कसर नहीं यूथ ने छोड़ी है इस आंदोलन को कामयाब करने वास्ता। अपनी जान तक की भी बाजी लाई भाइयों ने, चाहे अपना नवरीत भाई जो पुलिस की गोली लगा शहीद होया था, उन्हें अपनी जान की बाजी भी लाई है। और भी बहुत से अपने युवा भाई हैं, जिस तरह मनदीप भाई हो गया पत्रकार, जो से अपना जेल में भी गया था उठा ले गए थे, उसने भी कोई कसर नहीं यूथ ने छोड़ी है। और भी बहुत भाई हैं, अपना रणजीत भाई हो गया, नौदीप कुड़ी होगी, सारे ने पूरा योगदान पाया इस आंदोलन को कामयाब करने वास्ता। तो अपन अज हम यही कहा सारिਆਂ ਨੂੰ भी संयुक्त मोर्चे ਨੂੰ भी अपील कराया भी अज मानू सब नू नेड़ा लाने की जरूरत है, सारिਆਂ ਨੂੰ नेड़ा लाने की जरूरत है। अपन अज जिस तरह नवरीत के दादा जी कहेगा कि पुरानी बातों भूलगा, इस यूथ के योगदान का पूरा सम्मान करे, जहां सब नू नेड़ा लाओ। जोड़ से भाई अज हमारे अंदर भी हैं या जिनके ऊपर अपना नोटिस आ रहे हैं, जिनके ऊपर या होर भी अपने नौजवान भाई सारिਆਂ ਨੂੰ अज अपन नेड़ा लाने की जरूरत आ, क्योंकि सरकारां ने टाइम टाइम पर षड्यंत्र रचे हमेशा भी हाँ किस तरह आंदोलन मतलब फैल करे। जहा अपन पुराना इतिहास ठहगा देख लो, भगत भगत की सरकारों ने तो भगत सिंह नहीं छोड़ा था, उन्होंने भी आतंकवादी करार दे दिया था, और उनका कितना बड़ा योगदान था इस देश को आजाद कराने वास्ता। करतार सिंह सराबे हर फांसी पर चढ़ाया, उधम सिंह हर फांसी पर चढ़ाया। तो मानू सरकारों के षड्यंत्र के अंदर आने की कोई लोड़ नहीं है, अपन इसका पूरा डट का सामना करना है। तो हमारा फर्ज बना आज सारे का भी हाँ अपन संयुक्त मोर्चे का भी आगुआ के गैल पुरानी बातों को भूलगा, सारे का सारा इनू नेड़ा लाओ। जब नेड़ा लावांगे एका बनागा, वही एका मानू यहाँ से जिताएगा लेकर जाएगा। सारे की जरूरत है या सारे का सारा नौजवान अज मोर्चे गल मोढा लेकर खड़ा आ, पहला भी खड़ा था अगे भी खड़ा आ। बाकी जी यूथ ਨੂੰ भी बेनती कराया जो लड़ाई मारी आ, क्योंकि अज यूथ का प्रोग्राम आ, जो लड़ाई मारी आ हम बहुत इस आने वाले टाइम के अंदर अपना अगर हम यहाँ से जीत कर जाएंगे तो एक बढ़िया फ्यूचर अपना वेट कर रहा है भी एक अपना बढ़िया आने वाला टाइम भी हाँ आप कल बढ़िया जिंदगी जुआंगे। जय उरे ते कहीं वापस चले गए ना, फिर वही अपनी जेलां वही अपना अंधकार गुलामी अपने पीछा खड़ी आ। तो मानू पूरे डट का सारे यूथ ने लड़ाई लड़नी है, पूरे डट का तगड़े होगा, चाहे अपन वो सोशल मीडिया के राही हो गया, चाहे अपना ग्राउंड लेवल पर हो गया। तो हमारी फर्ज बना सारे यूथ का भी पूरे डट का लड़ना है और एक को मुद्दे पर लड़ना है। किसानी वाले मुद्दे पर रहेंगे तो आप लड़ाई जीत जाएंगे। अपन कोई भी मुद्दा इधर उधर नहीं करना, किसानी के मुद्दे पर रहेगा ये लड़ाई लड़नी है। तो अपन सारे एक किसानी के मुद्दे पर इकट्ठे होगा, पूरे डट का इस लड़ाई का सामना करना है। और हम सारे यूथ गनी ते विश्वास ले रहे हरियाणा पंजाब गनी ते भी हाँ सारे संयुक्त मोर्चे गल मोढा लेकर खड़े हैं। मानू अपने आगू भरोसा है भी हाँ मानू यहाँ देख दिन जीत लेकर ले जाएंगे। बाकी जी सारे यही बेनती है भी हाँ पूरे डट का खड़े रहियो। बाकी के बाद इस संघर्ष के अंदर रोल बदल जाएगा, अब युवा मैदान में आ गया, माहौल बदल जाएगा। बाकी जी सारे डट का खड़े रहियो, जीत का जाना है यहाँ से जीत का। सबने यही बेनती है भी एक को मुद्दे पर किसानी पर रहेगा पर जीत का जाएंगे। धन्यवाद जी, कोई गलती सलती होगी तो माफ करियो। वाहेगुरु जी का खालसा, श्री वाहेगुरु जी की फतेह। दो नारे हैं जी, उसमें साथ दियो। संयुक्त मोर्चा जिंदाबाद, संयुक्त मोर्चा जिंदाबाद, सारे देश के किसानों का एका जिंदाबाद, सारे गिरफ्तार किए किसानों को रिहा करो।
ਸੋ ਦੋਸਤੋ, ਇਹ ਸਨ ਹਰਿਆਣਾ ਤੋਂ ਨਵਦੀਪ ਸਿੰਘ, ਜਿਨ੍ਹਾਂ ਨੂੰ ਕਿ ਵਾਟਰ ਕੈਨਨ ਵਾਲੇ ਨੌਜਵਾਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਉਸ ਨੌਜਵਾਨ ਦੀ ਵੀਡੀਓ ਕਲਿੱਪ ਵੱਲ ਤੇ ਦੇਖਦੇ ਹਾਂ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੀ ਸਪੋਰਟ ਦੇ ਵਿੱਚ ਉਹਨਾਂ ਨੇ ਕਿਹੜੇ ਵੱਡੇ ਖੁਲਾਸੇ ਕਰ ਦਿੱਤੇ ਨੇ, ਕੀ ਕਿਹਾ ਉਹਨਾਂ ਨੇ ਲਾਈਵ ਆ ਕੇ। ਤੁਸੀਂ ਆਪ ਹੀ ਦੇਖ ਲਵੋ ਉਹਨਾਂ ਦੀ ਇਸ ਵੀਡੀਓ ਦੇ ਵਿੱਚ। ਬਾਕੀ ਇਸ ਨੌਜਵਾਨ ਨੇ ਜੋ ਵੀ ਗੱਲਾਂ ਕੀਤੀਆਂ ਨੇ, ਜੋ ਖੁਲਾਸੇ, ਜੋ ਸੱਚ ਸਾਹਮਣੇ ਲੈ ਕੇ ਆਂਦਾ, ਉਸ ਬਾਰੇ ਤੁਸੀਂ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੇ ਕਰਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਲਾਈਵ ਹੋ ਕੇ ਜਿਹੜਾ ਜੋਗਿੰਦਰ ਉਗਰਾਹਾਂ ਹੈ, ਉਹਨੇ ਸਟੇਜ ਤੋਂ ਸਾਡੇ ਨੌਜਵਾਨਾਂ ਨੂੰ, ਦੀਪ ਸਿੱਧੂ ਜਾਂ ਲੱਖਾ ਸਿਧਾਣਾ ਜਾਂ ਹੋਰ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੀਆਂ ਬੇਤੁਕੀਆਂ ਗੱਲਾਂ ਕੀਤੀਆਂ ਨੇ, ਮੈਂ ਉਹਨਾਂ ਦੇ ਜਵਾਬ ਦੇਣਾ ਚਾਹੁੰਦਾ। ਮੈਂ ਜੋਗਿੰਦਰ ਜਿਹੜਾ ਉਗਰਾਹਾਂ ਹੈ, ਮੈਂ ਉਹਨੂੰ ਪੁੱਛਣਾ ਚਾਹੁੰਦਾ, ਕਿਉਂ ਤੁਸੀਂ ਬਾਰ-ਬਾਰ ਸਟੇਜਾਂ ਤੇ ਲਾਈਵ ਸਟੇਜਾਂ ਤੇ ਆਪਣੇ ਭਾਸ਼ਣਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਭੰਡ ਰਹੇ ਹੋ? ਕਿਉਂ ਕੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਹੋ? ਜੋਗਿੰਦਰ ਉਗਰਾਹਾਂ ਨੂੰ ਮੈਂ ਪੁੱਛਣਾ ਚਾਹੁੰਦਾ, ਕੀ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਹੋ? ਕਿਉਂ ਤੁਸੀਂ ਪੰਜਾਬ ਦੇ ਨੌਜਵਾਨਾਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਹੋ? ਅੱਜ ਮੈਂ ਸਟੇਜ ਤੇ ਗਲਾ ਫਾੜ ਕੇ ਜਿਹੜਾ ਉਗਰਾਹਾਂ ਦਾ ਭਾਸ਼ਣ ਮੈਂ ਉਹ ਸੁਣ ਰਿਹਾ ਸੀ, ਉਹਦੇ ਵਿੱਚ ਇੱਕ ਵੀ ਗੱਲ ਉਗਰਾਹਾਂ ਸਾਹਿਬ ਤੁਸੀਂ ਚੱਜ ਦੀ ਨਹੀਂ ਕੀਤੀ। ਇੱਕ ਵੀ ਗੱਲ ਜੋਗਿੰਦਰ ਸਿੰਘ ਉਗਰਾਹਾਂ ਜਿਹੜਾ, ਉਹਨੇ ਇੱਕ ਵੀ ਗੱਲ ਪੰਜਾਬ ਦੇ ਭਲੇ ਦੇ ਲਈ ਜਾਂ ਖੇਤੀ ਬਿੱਲਾਂ ਦੇ ਲਈ ਜਾਂ ਸਾਡੇ ਮੋਦੀ ਸਰਕਾਰ ਦੇ ਵਿਰੁੱਧ, ਸਿਰਫ ਪੰਜਾਬ ਦੇ ਮੁੰਡਿਆਂ ਨੂੰ ਟਾਰਗੇਟ ਕਰ ਰਹੇ ਹੋ ਯਾਰ ਤੁਸੀਂ ਬੈਠ ਕੇ ਉੱਥੇ। ਬਾਰ-ਬਾਰ ਇੱਥੋਂ ਅਪੀਲਾਂ ਕਰਦੇ ਆ ਕਿ ਤੁਸੀਂ ਆਪਣਿਆਂ ਤੇ ਚਿੱਕੜ ਨਾ ਸਿੱਟੋ, ਆਪਣਿਆਂ ਤੇ ਚਿੱਕੜ ਨਾ ਸਿੱਟੋ। ਤੁਹਾਡਾ ਕੰਮ ਹੀ ਹੋ ਗਿਆ, ਤੁਸੀਂ ਸਾਰੀ ਜਿਹੜੀ ਬੁੱਢੀ ਲੀਡਰਸ਼ਿਪ ਬੈਠੀ ਆ ਉੱਥੇ, ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਭੰਡਣ ਲੱਗੇ ਹੋਏ ਹੋ। ਕੀ ਗਲਤ ਕਰ ਦਿੱਤਾ ਦੱਸੋ ਅਸੀਂ ਪੰਜਾਬ ਦੇ ਨੌਜਵਾਨਾਂ ਨੇ? ਤੁਹਾਡੇ ਕੋਲੋਂ ਪੰਜਾਬ ਦੀ ਹੱਦ ਨਹੀਂ ਤੀ ਟੱਪੀ ਜਾਣੀ। ਬਹੁਤ ਵਾਰੀ ਮੈਂ ਲਾਈਵ ਹੋ ਕੇ ਕਹਿ ਚੁੱਕਿਆ, ਪੰਜਾਬ ਦੀ ਹੱਦ ਉਗਰਾਹਾਂ ਜੀ, ਤੁਹਾਡੇ ਕੋਲੋਂ ਬੈਰੀਅਰ ਨਹੀਂ ਤੀ ਟੱਪਿਆ ਜਾ ਰਿਹਾ। ਜਾਂ ਉੱਥੇ ਬਹਿ ਗਏ ਸੀ ਚੌਂਕੜੇ ਮਾਰ ਕੇ ਵੀ ਅਸੀਂ ਤਾਂ ਇੱਥੇ ਹੀ ਧਰਨਾ ਲਾਵਾਂਗੇ। ਅੱਜ ਤੁਸੀਂ ਦਿੱਲੀ ਦੀਆਂ ਹੱਦਾਂ ਤੇ ਬੈਠੇ ਹੋ ਨਾ, ਇਹ ਤੁਸੀਂ ਅੱਜ ਇੱਥੋਂ ਤੋਂ ਬੈਰੀਗੇਡ ਨਹੀਂ ਤੀ ਟੱਪ ਹੁੰਦਾ, ਉੱਥੇ ਬੈਠ ਗਏ ਤੀ ਧਰਨੇ ਤੇ। ਤੁਹਾਡੀ ਦੀ ਇਹ ਔਕਾਤ ਆ ਤੁਹਾਡੀ। ਤੁਸੀਂ ਯਾਰ ਜਾਣ ਕੇ ਸਾਨੂੰ ਬੁਲਾਉਂਦੇ ਹੋ। ਅਸੀਂ ਰੋਜ਼ ਗੱਲਾਂ ਕਰਦੇ ਆ, ਨੌਜਵਾਨਾਂ ਨੂੰ ਕਹਿੰਦੇ ਆ ਵੀ ਦਿੱਲੀ ਜਿਹੜਾ ਮੋਰਚਾ ਲੱਗੇ ਉਹ 'ਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ, ਪੰਜਾਬ ਦੇ ਨੌਜਵਾਨਾਂ ਨੂੰ ਗੱਲ ਨਾ ਲਾਓ। ਤੁਸੀਂ ਅੱਜ ਹੋਰੇ ਗੱਲਾਂ ਕਰ ਰਹੇ ਹੋ। ਤੁਸੀਂ ਇੱਕ ਵੀ ਜਿਹੜਾ ਆਪਣਾ ਭਾਸ਼ਣ ਖੁਦ ਸੁਣੋ, ਉਗਰਾਹਾਂ ਸਾਹਿਬ ਜਿਹੜਾ ਤੁਸੀਂ ਅੱਜ ਸਟੇਜ ਤੋਂ ਬੋਲਿਆ, ਤੁਸੀਂ ਉਹਦੇ ਵਿੱਚ ਕਿਹੜੀ ਗੱਲ ਚੱਜ ਦੀ ਕੀਤੀ ਆ? ਤੁਹਾਡੀ ਲੜਾਈ ਪਹਿਲਾਂ ਤਾਂ ਮੈਨੂੰ ਇਹ ਦੱਸ ਦੇਣ ਸਾਰੀ, ਜਿਹੜੇ ਮੈਂ ਪੁੱਛਦਾ ਜਿਹੜੇ ਲੀਡਰ ਬੋਲਦੇ ਨੇ ਭਾਸ਼ਣ ਦੇ ਵਿੱਚ, ਤੁਹਾਡੀ ਲੜਾਈ ਮੋਦੀ ਨਾਲ ਆ ਜਾਂ ਸਾਡੇ ਨਾਲ ਆ? ਤੁਹਾਡੀ ਲੜਾਈ ਦੀਪ ਸਿੱਧੂ ਨਾਲ ਆ, ਲੱਖੇ ਸਿਧਾਣੇ ਨਾਲ ਆ, ਜਾਂ ਪੰਜਾਬ ਦੇ ਨੌਜਵਾਨਾਂ ਨਾਲ ਆ, ਜਾਂ ਜਿਨ੍ਹਾਂ ਨੇ ਮਹਿਰਾਜ ਰੈਲੀ ਕੀਤੀ ਆ ਉਹਨਾਂ ਦੇ ਨਾਲ ਆ? ਇਹ ਪਹਿਲਾਂ ਤਾਂ ਗੱਲ ਕਲੀਅਰ ਕਰ ਲਓ। ਜੇ ਤਾਂ ਸਾਡੇ ਨਾਲ ਲੜਾਈ ਆ ਤਾਂ ਸਾਡੇ ਗੋਲੀਆਂ ਮਾਰ ਦਿਓ, ਤੁਹਾਨੂੰ ਨਹੀਂ ਚੰਗੇ ਲੱਗਦੇ ਹੈਗੇ ਅਸੀਂ। ਤੁਸੀਂ ਕੰਮੇ ਫੜ ਲਿਆ। ਤੁਸੀਂ ਉੱਥੋਂ ਜਦ ਵੀ ਜਿਹੜਾ ਵੀ ਉੱਠਦਾ ਉੱਥੇ ਸਟੇਜ ਤੇ, ਅਸੀਂ ਨਹੀਂ ਬੋਲਦੇ ਜਾ ਕੇ ਉੱਥੇ ਭਾਸ਼ਣ ਬੋਲਣ ਨੌਜਵਾਨਾਂ ਨੂੰ ਨਹੀਂ ਦਿੱਤਾ ਜਾਂਦਾ। ਨੌਜਵਾਨ ਦਿਵਸ ਮਨਾਇਆ ਉਸ ਦਿਨ ਵੀ ਤਾਂ ਅਸੀਂ ਆਪਣੀ ਮਰਜ਼ੀ ਨਾਲ ਜਿਹੜੇ ਬੰਦੇ ਨੇ ਉਹਨਾਂ ਨੂੰ ਸਟੇਜ ਤੇ ਚੜਾ ਕੇ ਬੋਲਿਆ। ਦੱਸੋ ਤਾਂ ਸਹੀ, ਹੁਣ ਹੋਰ ਅਸੀਂ ਕਰੀਏ ਕੀ? ਦੱਸੋ ਕੀ ਚਾਹੁੰਦੇ ਹੋ ਤੁਸੀਂ? ਕਿ ਸਾਰਾ ਯੂਥ ਆ ਜਿਹੜਾ ਘਰਾਂ ਦੇ ਵਿੱਚ ਬਹਿ ਜਾਵੇ ਤੇ ਸਰਕਾਰ ਤੁਹਾਨੂੰ ਉੱਥੋਂ ਭਜਾ ਦੇਵੇ? ਇਹੀ ਚਾਹੁੰਦੇ ਹੋ ਤੁਸੀਂ? ਫਿਰ ਜਾਣ ਬੁੱਝ ਕੇ ਤੁਸੀਂ ਇਹੋ ਜਿਹੀਆਂ ਹਰਕਤਾਂ ਕਰ ਰਹੀਆਂ ਨੇ। ਮੋਦੀ ਦੀ ਹਿੱਕ 'ਚ ਵੱਜੋ ਜੇ ਤੁਹਾਡੇ 'ਚ ਦਮ ਆ, ਜਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਜਾਓ ਜੇ ਤੁਹਾਡੇ 'ਚ ਦਮ ਆ। ਤੁਸੀਂ ਯਾਰ ਪੰਜਾਬ ਦੇ ਫਿਰ ਤੁਸੀਂ ਅੱਗੇ ਗੱਲ ਕਰ ਰਹੇ ਹੋ, ਉਹਦੇ ਵਿੱਚ ਨਾ ਕੋਈ ਗੱਲ, ਨਾ ਕੋਈ ਸਾਡੀ ਜਿਹੜੀ ਲੜਾਈ ਆ ਸਾਰੇ ਪੰਜਾਬ ਦਾ ਨੌਜਵਾਨ, ਹਰਿਆਣੇ ਦਾ ਨੌਜਵਾਨ, ਯੂਪੀ ਦਾ ਨੌਜਵਾਨ, ਜਾਂ ਜਿਹੜੀਆਂ ਹੋਰ ਸਟੇਟਾਂ ਦੇ ਸਾਰੇ ਨੌਜਵਾਨ ਜਿਹੜੇ ਤੇ ਕਾਲੇ ਕਾਨੂੰਨ ਸਾਡੇ ਤੇ ਥੋਪੇ ਗਏ ਨੇ, ਉਹਨਾਂ ਨੂੰ ਰੱਦ ਕਰਵਾਉਣ ਲਈ ਅੱਜ ਦਿੱਲੀ ਦੀ ਸਰਹੱਦ ਤੇ ਬੈਠਾ। ਉੱਥੇ ਕੋਈ ਖਾਲਿਸਤਾਨ ਦੀ ਗੱਲ ਨਹੀਂ ਹੋ ਰਹੀ, ਉੱਥੇ ਕੋਈ ਹੋਰ ਗੱਲ ਨਹੀਂ ਹੋ ਰਹੀ। ਅੱਜ ਤੁਸੀਂ ਖਾਲਿਸਤਾਨ ਦੀ ਗੱਲ ਲਿਆ ਕੇ ਆਪਣੇ ਭਾਸ਼ਣ ਦੇ ਵਿੱਚ ਕੀ ਸਾਬਤ ਕਰਨਾ ਚਾਹੁੰਦੇ ਹੋ? ਫਿਰ ਤੁਸੀਂ ਗੱਲ ਕਰਦੇ ਹੋ, ਜੇ ਤੁਹਾਡੇ ਕੋਲ ਤੁਹਾਡਾ ਇਤਿਹਾਸ ਪੜ੍ਹਿਆ ਹੁੰਦਾ ਨਾ, ਪੰਜਾਬ ਦਾ ਇਤਿਹਾਸ, ਫਿਰ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੜ੍ਹ ਲੈਂਦੇ। ਜਦ ਹੁਣ ਤੁਸੀਂ ਪੜ੍ਹਨਾ ਤਾਂ ਕਾਮਰੇਡਾ ਸਾਰਾ ਇਤਿਹਾਸ ਪੜ੍ਹਨਾ, ਤੁਸੀਂ ਚਾਈਨਾ ਹੈ ਤੇ ਰਸ਼ੀਆ ਦਾ ਇਤਿਹਾਸ ਪੜ੍ਹਨਾ, ਤੁਹਾਨੂੰ ਆਪਣੀ ਧਰਤੀ ਦੇ ਇਤਿਹਾਸ ਬਾਰੇ ਤਾਂ ਪਤਾ ਨਹੀਂ। ਐਡਾ ਗਲਾ ਫਾੜ ਕੇ ਉਗਰਾਹਾਂ ਸਾਹਿਬ ਇੱਕ ਬੁੱਕ, ਜੇ ਕਿਤਾਬ ਨਹੀਂ ਤੁਹਾਡੇ ਕੋਲ ਲੈਣ ਦੀ ਜਾਂ ਨਹੀਂ ਪੰਜਾਬ ਦਾ ਇਤਿਹਾਸ ਪੜ੍ਹਨ ਦੀ, ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਦਿੰਦੇ ਆ ਤੁਹਾਨੂੰ ਉੱਥੇ, ਕਿ ਪੜ੍ਹ ਕੇ ਦੇਖ ਲਿਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੋ ਜਿਹਾ ਸੀਗਾ, ਜਿਹਦੇ ਵਿੱਚ ਕੋਈ ਮੰਦਿਰ ਨਹੀਂ ਢਿਆ, ਕੋਈ ਹਿੰਦੂ ਵੀਰ ਨਹੀਂ ਮਰਿਆ, ਕੋਈ ਮੁਸਲਮਾਨ ਵੀਰ ਨੂੰ ਨਹੀਂ ਮਾਰਿਆ ਗਿਆ, ਨਾ ਕਿਸੇ ਸਿੱਖ ਨੂੰ ਮਾਰਿਆ ਗਿਆ, ਨਾ ਈਸਾਈ ਨੂੰ ਮਾਰਿਆ ਗਿਆ। ਉਹ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ। ਪੜ੍ਹ ਲਿਓ, ਕਦੇ ਜ਼ਰੂਰ ਪੜ੍ਹਿਓ ਉਸ ਰਾਜ ਨੂੰ, ਰਾਜ ਦੀਆਂ ਗੱਲਾਂ। ਕੱਲਾ ਚੀਨ, ਚਾਈਨਾ ਤੇ ਰਸ਼ੀਆ ਨੇ ਤੁਹਾਨੂੰ ਕੁਝ ਨਹੀਂ ਦੇਣਾ, ਪਰ ਇਤਿਹਾਸ ਨੇ ਪੜ੍ਹ ਕੇ ਉੱਥੇ। ਮੈਂ ਤੁਹਾਨੂੰ ਬਹੁਤ ਵਾਰੀ ਕਹਿ ਚੁੱਕਿਆ, ਜਿਹੜੇ ਤੁਹਾਡੇ ਧਰਨੇ ਦੇ ਵਿੱਚ ਤੁਸੀਂ ਸਟੇਜ ਮੱਲੀ ਬੈਠੇ ਹੋ, ਜਿਹੜੇ ਤੁਹਾਡੇ ਅੱਗੇ ਬੈਠੇ ਹੁੰਦੇ ਨੇ ਨਾ ਲੋਕ, ਉਹ ਕੱਚੀਆਂ ਗੜੀਆਂ ਦੇ ਵਾਰਸ ਨੇ, ਕੱਚੀਆਂ ਗੜੀਆਂ ਦੇ ਵਾਰਸ। ਉਹ ਰਸ਼ੀਆ ਤੋਂ ਜਾਂ ਚੀਨ ਤੋਂ ਨਹੀਂ ਆਏ ਹੋਏ, ਉਹ ਕੱਚੀਆਂ ਗੜੀਆਂ ਦੇ ਵਾਰਸ ਨੇ, ਜਿਨ੍ਹਾਂ ਨੇ ਕੱਚੀਆਂ ਗੜੀਆਂ ਦੇ ਵਿੱਚ, ਜਿਨ੍ਹਾਂ ਦੇ ਖੂਨ ਨੇ, ਜਿਨ੍ਹਾਂ ਦੀਆਂ ਨਸਲਾਂ ਨੇ ਕੱਚੀਆਂ ਗੜੀਆਂ ਦੇ ਵਿੱਚ ਬੈਠ ਕੇ ਆਪਣੇ ਹੱਕਾਂ ਦੀ ਲੜਾਈ ਲੜੀ ਆ।
ਉਹ ਨਸਲਾਂ ਨੇ, ਉਹ ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਬੈਠੀਆਂ ਨੇ, ਜਿਨ੍ਹਾਂ ਦੀਆਂ ਨਸਲਾਂ ਤੇ ਖੂਨ, ਉਹ ਲੜਾਈ, ਉਹ ਨੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਗਜਨੀ ਤੇ ਅਬਦਾਲੀ ਵਰਗੇ ਦੀ ਧੌਣ ਤੇ ਗੋਡਾ ਰੱਖ ਲੈਂਦੇ ਸੀ, ਉਹ ਨਸਲਾਂ ਬੈਠੀਆਂ ਨੇ ਉੱਥੇ, ਉਹ ਖੂਨ ਬੈਠਾ ਉੱਥੇ। ਸੋ ਅਸੀਂ ਬਿਲਕੁਲ, ਜੇ ਤੁਹਾਨੂੰ ਸਾਡੇ ਖੂਨ ਦੀ ਲੋੜ ਆ, ਮੈਂ ਇੱਕ ਚਿੱਠੀ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੂੰ ਆਪਣੇ ਖੂਨ ਨਾਲ ਲਿਖ ਕੇ ਭੇਜੂੰਗਾ ਕਿ ਪੰਜਾਬ ਦਾ ਨੌਜਵਾਨ ਤੁਹਾਡੀ ਸਪੋਰਟ ਕਰਦਾ। ਸੰਯੁਕਤ ਮੋਰਚੇ ਦੀ ਅਸੀਂ ਸਾਰੀ ਲੀਡਰਸ਼ਿਪ ਦਾ ਸਤਿਕਾਰ ਕਰਦੇ ਹਾਂ, ਪਰ ਸਾਡੇ ਤੇ ਜਿਹੜੀ ਦੂਸ਼ਣਬਾਜ਼ੀ ਆ ਤੁਸੀਂ ਸਟੇਜਾਂ ਤੋਂ ਕਰਦੇ ਹੋ, ਇਹ ਬੰਦ ਕਰ ਦਿਓ ਜੇ ਤੁਸੀਂ ਮੋਰਚਾ ਜਿੱਤਣਾ। ਖੂਨ ਨਾਲ ਲਿਖ ਕੇ ਤੁਹਾਨੂੰ ਇੱਕ ਚਿੱਠੀ ਭੇਜ ਦਿੰਦੇ ਆ, ਜੇ ਤੁਹਾਨੂੰ ਇੰਨਾ ਹੀ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਦਾ ਤੁਹਾਨੂੰ ਖੂਨ ਨਾਲ ਲਿਖ ਕੇ ਚਿੱਠੀ ਜ਼ਰੂਰ ਭੇਜਾਂਗੇ। ਬੜਾ ਸਾਨੂੰ ਦੁੱਖ ਹੁੰਦਾ ਜਦੋਂ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਹੋ। ਦੱਸੋ ਤਾਂ ਸਹੀ, ਤੁਸੀਂ ਇੱਕ ਵੀ ਬੈਰੀਗੇਡ ਤੋੜਿਆ ਹੋਵੇ ਕਿਸੇ ਨੇ? ਤੁਸੀਂ ਸਾਡੇ ਬਜ਼ੁਰਗ ਹੋ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਹਾਨੂੰ ਅੱਗੇ ਲਾਇਆ ਹੋਇਆ ਲੀਡਰਸ਼ਿਪ ਨੇ, ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ, ਪਰ ਤੁਸੀਂ ਸਾਨੂੰ ਕੀ ਕਰ ਰਹੇ ਹੋ? ਜਲੀਲ ਕਰ ਰਹੇ ਹੋ। ਕੀ ਮਹਾਰਾਜ ਰੈਲੀ ਦੇ ਵਿੱਚ ਕੀ ਗਲਤ ਹੋ ਗਿਆ ਮੈਨੂੰ ਦੱਸੋ? ਉੱਥੇ ਜੇ ਨੌਜਵਾਨਾਂ ਨੇ ਆਪਣੀ ਇੱਕ ਰੈਲੀ ਕਰ ਲਈ ਆ, ਅਸੀਂ ਵੀ ਬੈਠੇ ਹਾਂ, ਕਾਲੇ ਕਾਨੂੰਨ ਸਾਡੇ ਤੇ ਕਿਹੜਾ ਨਹੀਂ ਲੱਗੇ ਹੋਏਗੇ ਕਾਲੇ ਕਾਨੂੰਨ? ਤੁਹਾਡੇ ਕੱਲਿਆਂ ਤੇ ਲੱਗੇ ਹੋਏ ਨੇ, ਕੱਲਿਆਂ ਨੂੰ ਤੁਹਾਨੂੰ ਪੰਜਾਬ ਦਾ ਦਰਦ ਆ। ਕਦੇ ਤੁਸੀਂ ਗੱਲ ਕਰਦੇ ਹੋ ਅਨੰਦਪੁਰ ਸਾਹਿਬ ਦੇ ਮਤੇ ਦੀ, ਕਦੇ ਤੁਸੀਂ ਗੱਲ ਕਰਦੇ ਹੋ ਪੰਜਾਬ ਦੇ ਵੱਧ ਅਧਿਕਾਰਾਂ ਦੀ, ਕਦੇ ਤੁਸੀਂ ਗੱਲ ਕਰਦੇ ਹੋ ਕਾਸੇ ਦੀ। ਮੈਨੂੰ ਇਹ ਦੱਸੋ, ਨਾ ਤਾਂ ਕੋਈ ਉੱਥੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਿਹਾ, ਨਾ ਕੋਈ ਹੋਰ ਗੱਲ ਕਰ ਰਿਹਾ। ਸਾਡੇ ਸਾਰਾ ਯੂਥ ਆ ਜਿਹੜਾ ਕਾਲੇ 3 ਕਾਨੂੰਨ ਨੇ ਜਿਹੜੇ ਉਹ ਰੱਦ ਕਰਵਾਉਣ ਦੀ ਗੱਲ ਕਰ ਰਿਹਾ। ਪਰ ਤੁਸੀਂ ਕਿਉਂ ਅੱਜ ਇਹੋ ਜਿਹੀਆਂ ਗੱਲਾਂ ਜਿਹੜੀਆਂ ਲੈ ਕੇ ਆਏ ਹੋ ਸਟੇਜ ਦੇ ਵਿੱਚ? ਕੀ ਤੁਹਾਡਾ ਮਨੋਰਥ ਆ, ਮੈਨੂੰ ਇਹ ਦੱਸੋ। ਜਾਣ ਬੁੱਝ ਕੇ ਤੁਸੀਂ ਜਿਹੜਾ ਸੰਘਰਸ਼ ਆ ਉਹਨੂੰ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ, ਜਾਣ ਬੁੱਝ ਕੇ। ਜਿਹੜੇ ਤੁਹਾਡੇ ਭਾਸ਼ਣ ਨੇ ਨਾ, ਸੁਣ ਕੇ ਦੇਖ ਲਿਓ, ਸਾਨੂੰ ਸਭ ਪਤਾ ਲੱਗਦਾ ਤੁਸੀਂ ਕੀ ਕਰਨਾ ਚਾਹੁੰਦੇ ਹੋ। ਤੁਹਾਡੀ ਜਿਹੜੀ ਨੀਤ ਆ ਸਾਨੂੰ ਬਿਲਕੁਲ ਵੀ ਹੁਣ ਸਾਫ਼ ਨਹੀਂ ਲੱਗਦੀ ਹੈਗੀ, ਜਿਹੜੀਆਂ ਹਰਕਤਾਂ ਤੇ ਤੁਸੀਂ ਆਏ ਹੋਏ ਹੋ ਹੁਣ ਇਸ ਟਾਈਮ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਸਾਰਿਆਂ ਨੂੰ, ਦੁਬਾਰਾ ਸਾਰੀ ਲੀਡਰਸ਼ਿਪ ਨੂੰ, ਕਿ ਪੰਜਾਬ ਦਾ ਬੱਚਾ ਪੰਜਾਬ ਦਾ ਨੌਜਵਾਨ, ਸਾਰਾ ਯੂਥ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ, ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ, ਤੁਹਾਡੀ ਸਪੋਰਟ ਕਰਦੇ ਹਾਂ। ਸਾਡਾ ਮਨੋਰਥ ਸਿਰਫ ਕਾਲੇ 3 ਜਿਹੜੇ ਕਾਨੂੰਨ ਸਾਡੇ ਤੇ ਥੋਪੇ ਗਏ ਨੇ ਉਹਨਾਂ ਨੂੰ ਰੱਦ ਕਰਵਾਉਣਾ। ਪਰ ਤੁਹਾਨੂੰ ਬਾਰ-ਬਾਰ ਲਾਈਵ ਹੋ ਕੇ ਬੇਨਤੀਆਂ ਕਰਦੇ ਹਾਂ ਕਿ ਸਾਡੇ ਖਿਲਾਫ ਇਹੋ ਜਿਹੀਆਂ ਜ਼ਹਿਰ ਨਾ ਉਗਲੋ। ਜੇ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਹੋ ਨਾ, ਤਾਂ ਇਹ ਜਿਹੜੀਆਂ ਸਰਕਾਰਾਂ ਨੇ ਨਾ, ਮੋਦੀ ਸਰਕਾਰ ਹੈ, ਇਹਨਾਂ ਨੂੰ ਮੌਕਾ ਮਿਲਦਾ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਧੱਕਣ ਦਾ। ਤੁਸੀਂ ਸਾਡੀ ਪਿੱਠ ਥਾਪੜੇਂਗੇ ਨਾ, ਤਾਂ ਅਸੀਂ ਤੁਹਾਡੀਆਂ ਹਿੱਕਾਂ ਦੇ ਅੱਗੇ ਖੜਾਂਗੇ ਅਸੀਂ ਹੋ ਕੇ। ਤੁਹਾਨੂੰ ਲੋੜ ਆ ਕਿ ਅੱਜ ਤੁਸੀਂ ਸਾਡੀ ਅਗਵਾਈ ਕਰ ਰਹੇ ਹੋ ਤਾਂ ਚੰਗੇ ਲੀਡਰ ਬਣ ਕੇ ਕਰੋ। ਜੇ ਕੋਈ ਧੀ ਪੁੱਤ ਗਲਤੀ ਕਰਦਾ ਤਾਂ ਤੁਸੀਂ ਉਹਨੂੰ ਸਮਝਾ ਸਕਦੇ ਹੋ। ਇਹ ਨਹੀਂ ਕਿ ਤੁਸੀਂ ਸਟੇਜਾਂ ਤੇ ਹੋ ਕੇ ਸਾਨੂੰ ਜਲੀਲ ਕਰੋ ਪੰਜਾਬ ਦੇ ਨੌਜਵਾਨਾਂ ਨੂੰ। ਮੈਂ ਬੇਨਤੀ ਕਰਦਾ ਦੁਬਾਰਾ ਤੋਂ ਫੇਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਕਿ ਜੋ ਤੁਸੀਂ ਅੱਜ ਸਟੇਜ ਤੇ ਭਾਸ਼ਣ ਦਿੱਤਾ ਉਹ ਬਿਲਕੁਲ ਬੇਤੁਕਾ ਸੀ। ਉਹਦਾ ਕੋਈ ਵੀ ਜਿਹੜਾ ਉਹਦਾ ਬੋਲ ਆ ਉਹ ਪੰਜਾਬ ਦੇ ਹਿੱਤ ਲਈ ਨਹੀਂ ਸੀ। ਬਿਲਕੁਲ ਜ਼ਹਿਰ ਤੁਹਾਡੇ ਭਾਸ਼ਣ ਦੇ ਵਿੱਚੋਂ, ਸਾਰੇ ਤੋਂ ਜ਼ਹਿਰ ਜਿਹੜੀ ਪੰਜਾਬ ਦੇ ਯੂਥ ਪ੍ਰਤੀ ਸਾਨੂੰ ਜ਼ਹਿਰ ਮਿਲ ਰਹੀ ਸੀ ਉਸ ਦੇ ਵਿੱਚੋਂ। ਸੋ ਇਹ ਚੀਜ਼ਾਂ ਨੂੰ ਆਪਣੀਆਂ ਨੂੰ ਸੁਧਾਰ ਲਓ। ਅਸੀਂ ਤੁਹਾਨੂੰ ਬਾਰ-ਬਾਰ ਬੇਨਤੀਆਂ ਕਰਦੇ ਹਾਂ। ਫਿਰ ਤੁਸੀਂ ਕਹਿੰਦੇ ਹੋ ਕਾਮਰੇਡ, ਹੋਰ ਤੁਹਾਨੂੰ ਕੀ ਨਾ ਕਹਿਣ, ਫਿਰ ਲੋਕ ਕਾਮਰੇਡ ਇਹ ਕਹਿਣਗੇ ਜੇ ਤੁਸੀਂ ਇਦਾਂ ਦੀਆਂ ਹਰਕਤਾਂ ਤੇ ਉਤਰੇ ਹੋਏ ਹੋ। ਸੋ ਕੋਈ ਨਹੀਂ ਉੱਥੇ ਕੋਈ ਵੀ ਗਲਤ ਗੱਲ ਨਹੀਂ ਕਰ ਰਿਹਾ। ਸਾਡੇ ਸਾਰੇ ਦੇ ਸਾਰੇ ਸਤਿਕਾਰਯੋਗ ਸਾਡੇ ਹਿੰਦੂ ਵੀਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਸਾਡੇ ਮੁਸਲਮਾਨ ਵੀਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਸਾਡੇ ਈਸਾਈ ਵੀਰ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ, ਸਿੱਖ ਵੀਰ, ਸਾਰੀਆਂ ਕੌਮਾਂ, ਸਾਰੀਆਂ ਨਸਲਾਂ, ਸਾਰੇ ਵਰਗ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਕੋਈ ਵੀ ਕਿਸੇ ਦੇ ਧਰਮ ਖਿਲਾਫ ਨਹੀਂ ਬੋਲ ਰਿਹਾ, ਕੋਈ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲ ਰਿਹਾ। ਸਭ ਕੁਝ ਠੀਕ ਚੱਲ ਰਿਹਾ, ਪਰ ਆਪਾਂ ਨੂੰ ਇਹੋ ਜਿਹੀਆਂ ਸਟੇਜ ਤੇ ਆ ਕੇ ਬਿਆਨਬਾਜ਼ੀ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਸੋ ਅੰਤ ਦੇ ਵਿੱਚ ਮੈਂ ਫੇਰ ਬੇਨਤੀ ਕਰਦਾ ਕਿ ਪੰਜਾਬ ਦੇ ਇਤਿਹਾਸ ਦੀਆਂ ਕਿਤਾਬਾਂ ਖਰੀਦ ਲਓ, ਖਰੀਦ ਕੇ ਪੰਜਾਬ ਦਾ ਇਤਿਹਾਸ ਪੜ੍ਹੋ। ਚਾਈਨਾ ਤੇ ਰਸ਼ੀਆ ਦੇ ਇਤਿਹਾਸ ਨੇ ਤੁਹਾਨੂੰ ਕੁਝ ਨਹੀਂ ਦੇਣਾ। ਜੇ ਸੇਧ ਲੈਣੀ ਹੈ ਤਾਂ ਪੰਜਾਬ ਦਾ ਇਤਿਹਾਸ ਪੜ੍ਹ ਲਓ, ਉਹਨੂੰ ਪੜ੍ਹ ਕੇ ਦੇਖੋ, ਤੁਹਾਨੂੰ ਕੁਝ ਮਿਲੂਗਾ ਉਹਦੇ ਵਿੱਚੋਂ। ਮੈਂ ਪੰਜਾਬ ਦੇ ਯੂਥ ਨੂੰ ਵੀ ਬੇਨਤੀ ਕਰਦਾ, ਸਾਰਿਆਂ ਨੂੰ, ਆਪਾਂ ਯਾਰ ਰਲ ਮਿਲ ਕੇ ਜਿਹੜੇ ਹੈਗੇ ਆ, ਆਪਾਂ ਬਿਲਕੁਲ ਇਸ ਮੋਰਚੇ ਦੀ ਸਫਲਤਾ ਨੂੰ ਆਪਾਂ ਨੇ ਅੱਗੇ ਲੈ ਕੇ ਜਾਣਾ ਤੇ ਸਾਰੇ ਸਾਥ ਦਿਓ। ਜਿਹੜੇ ਸਾਡੇ ਵੀਰ ਜੇਲ੍ਹਾਂ ਤੇ ਨੇ, ਚਾਹੇ ਉਹ ਦੀਪ ਸਿੱਧੂ ਆ, ਚਾਹੇ ਉਹ ਲੱਖਾ ਸਿਧਾਣਾ, ਜਾਂ ਸਾਡੇ ਹੋਰ ਨੌਜਵਾਨ ਨੇ, ਹਜ਼ਾਰਾਂ ਹੀ ਸਾਡੇ ਬਜ਼ੁਰਗ ਨੇ, ਨੌਜਵਾਨ ਨੇ ਜਿਨ੍ਹਾਂ ਦੇ ਪਰਚੇ ਦਰਜ ਹੋਏ ਨੇ, ਜਾਂ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਪੁਲਿਸ ਤੰਗ ਕਰ ਰਹੀ ਆ। ਸੋ ਉਹਨਾਂ ਦਾ ਆਪਾਂ ਸਾਥ ਦਈਏ, ਕਿਉਂਕਿ ਸੰਘਰਸ਼ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ। ਸੰਘਰਸ਼ ਦੇ ਵਿੱਚ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ, ਪਰਚੇ ਵੀ ਹੁੰਦੇ ਨੇ, ਪਰ ਜਿਨ੍ਹਾਂ ਤੇ ਪਰਚੇ ਹੁੰਦੇ ਨੇ ਜਾਂ ਗ੍ਰਿਫਤਾਰੀਆਂ ਹੁੰਦੀਆਂ ਨੇ ਉਹਨਾਂ ਦਾ ਸਾਥ ਦੇਣ ਦੀ ਲੋੜ ਆ, ਨਾ ਕਿ ਉਹਨਾਂ ਨੂੰ ਸਟੇਜਾਂ ਤੋਂ ਭੰਡਣ ਦੀ ਲੋੜ ਆ।
ਸੋ ਮੈਂ ਆਸ ਕਰਦਾ ਕਿ ਅਗਲੇ ਨੈਕਸਟ ਟਾਈਮ ਤੋਂ ਸਾਰੀ ਜਿਹੜੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਸਾਡੇ ਜਿਹੜੇ ਲੀਡਰ ਨੇ, ਉੱਥੇ ਦੇ ਜਿਹੜੇ ਪ੍ਰਬੰਧਕ ਨੇ, ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਜਿਵੇਂ ਤੁਸੀਂ ਹੋਰਾਂ ਲੋਕਾਂ ਨੂੰ ਕਹਿੰਦੇ ਹੋ ਕਿ ਸਾਡੇ ਸਟੇਜ ਤੇ ਇਹ ਗੱਲ ਨਹੀਂ ਕਰਨੀ, ਤਾਂ ਤੁਸੀਂ ਵੀ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਹਨਾਂ ਨੂੰ ਵੀ ਵਰਜਿਆ ਕਰੋ ਕਿ ਇਹ ਗੱਲ ਵੀ ਨਹੀਂ ਕਰਨੀ ਜਿਹਦੇ ਨਾਲ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਮਨੋਬਲ ਡਿਗੇ ਤੇ ਪੰਜਾਬ ਦੇ ਯੂਥ ਨੂੰ ਕੋਈ ਗਲਤ ਮੈਸੇਜ ਆਵੇ। ਆਓ ਆਪਾਂ ਰਲ ਮਿਲ ਕੇ ਇਹ ਚੀਜ਼ ਦਾ ਜਿਹੜਾ ਆਪਾਂ ਸਾਥ ਦਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਕੋਈ ਪ੍ਰੋਗਰਾਮ ਜਿਹੜਾ ਹੈਗਾ ਰੱਖ ਕੇ ਪੰਜਾਬ ਦੇ ਯੂਥ ਨੂੰ ਲਾਮਬੰਦ ਕਰਕੇ ਜਿਹੜਾ ਹਰਿਆਣੇ ਦੇ ਯੂਥ ਨੂੰ ਸਾਰਾ ਆਪਾਂ ਅੱਗੇ ਲੈ ਕੇ ਚੱਲੀਏ। ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸ ਮੈਸੇਜ ਨੂੰ ਉਗਰਾਹਾਂ ਸਾਹਿਬ ਤੱਕ ਜ਼ਰੂਰ ਪਹੁੰਚਾ ਦਿਓਗੇ। ਕਮ ਸੇ ਕਮ ਸਾਡੀ ਇੰਨੀ ਕੁ ਤਾਂ ਗੱਲ ਮੰਨ ਲਵੇ ਤੇ ਨੌਜਵਾਨਾਂ ਨੂੰ ਕਮ ਸੇ ਕਮ ਸਟੇਜ ਦੇ ਉੱਤੋਂ ਨਾ ਭੰਡਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਸ ਦੇ ਨਾਲ ਹੀ ਹੁਣ ਅੱਜ ਦੇ ਅਪਡੇਟਸ ਦੀ ਲੜੀ ਦੇ ਵਿੱਚ ਤੁਹਾਡੇ ਤੋਂ ਲੈਣੇ ਆ ਇਜਾਜ਼ਤ। ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟਸ ਦੇ ਨਾਲ। ਉਹਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ। ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਲੇਟੈਸਟ ਅਪਡੇਟਸ, ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਹਰ ਇੱਕ ਤਾਜ਼ਾ ਖਬਰ ਤੇ ਹੋਰ ਸੋਸ਼ਲ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਤੁਹਾਡੇ ਹੀ ਆਪਣੇ ਚੈਨਲਸ ਲਿਮਟਿਡ ਗਿਆਨ ਤੇ ਸਵੈਗ ਪੰਜਾਬ ਟੀਵੀ, ਅਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲੈਣਾ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਦੋਸਤੋ, ਹੁਣ ਫਿਲਹਾਲ ਇੱਥੇ ਤੁਹਾਡੇ ਤੋਂ ਲੈਣੇ ਆ ਇਜਾਜ਼ਤ। ਮਿਲਾਂਗੇ ਜਲਦ। ਥੈਂਕ ਯੂ, ਧੰਨਵਾਦ, ਟੇਕ ਕੇਅਰ।